दुना खाए खसमे करे बराबरी फिर गैरत अंदर पाए वजो गवाए अगला मोह मोह पाना खाए जिसदा दिता खावना तिसके ऐसा बास नानक हुक्म ना चले नाल खसम चले अरदास। जिन अंतर गुरमुख प्रीत है तिन हर रखण हर राम राजे। तिनकी निंदा कोई क्या करे जिन हर नाम प्यारा। जिन हर सेती मन मानिया सब दुष्ट चक मारा। जिन नानक को हर रखण हारा हर रखण हारा। ਸ਼ਲੋਕ ਮਹਲਾ ਦੂਜਾ। ਇੱਕ ਨੇਹਿ ਦਾਤ ਆਪ ਸੇ ਜੋ ਪਾਈਐ ਨਾਨਕ ਸਕਰਮਤ ਸਭ ਤੁਠੇ ਜੋ ਮਿਲੇ। ਮਹਲਾ ਦੂਜਾ। ਏਕ ਨਹੀਂ ਚਾਕਰੀ ਜਿਤ ਪਉ ਖਸਮ ਨਾ ਜਾਏ। ਨਾਨਕ ਸੇਵ ਕਾਂਢੀਐ ਜਿਸੇਤੀ ਖਸਮ ਸਮਾਏ। ਪੌੜੀ ਨਾਨਕ ਤਰਜਾਪਨੀ ਹਰ ਤਾਂ ਕੇ ਪਾਰਾਵਾਰ ਆਪ ਕਰੈ ਸਕਤੇ। ਫਿਰ ਆਪ ਕਰਾਏ ਮਾਰ ਇੱਕ ਨਕਲ ਜੰਜੀਰੀਆਂ ਇੱਕ ਤੁਰੀ ਚੜੈ ਵਿਸਿਆਰ ਆਪ ਕਰੈ ਕਰਿਆ। ਹੋ ਕੈਸੋ ਕਰੀ ਪੁਕਾਰ ਨਾਨਕ ਰਣ ਜਿਨ ਕੀਆ ਫਿਰ ਤਿਸੀ ਕਰਨੀ ਸਾਰ ਕਰਨੀ ਸਾਰ ਕਰਨੀ ਸਾਰ। पौड़ी नानक अंत ना जा अपनी हरता के पारावार आप कराए साख्ती फिर आप कराए मार। एक ना गली जंजीर एक तिरी चढ़े बिस्यार आप कराए करे आप हों कैस्यों करी पुकार। नानक करना जिन किया फिर तिसे करनी सार फिर तिस ही करनी सार। ਦਾਨਾ ਬੀਨਾ ਸਾਈ ਮੈਂਡਾ ਦਾਨਾ ਬੀਨਾ ਸਾਈ ਮੈਂਡਾ। ਦਾਨਾ ਬੀਨਾ ਸਾਈ ਮੈਂਡਾ। ਨਾਨਕ ਸਾਰ ਨਾ ਜਾਣਾ ਤੇਰੀ। ਨਾਨਕ ਸਾਰ ਨਾ ਜਾਣਾ ਤੇਰੀ। ਦਾਨਾ ਬੀਨਾ ਸਾਈ ਮੈਂਡਾ। ਦਾਨਾ ਬੀਨਾ ਸਾਈ ਮੈਂਡਾ। ਪ੍ਰੇਮ ਪਟੋਲਾ ਤੈਸੈ ਦਿੱਤਾ। ਪ੍ਰੇਮ ਪਟੋਲਾ ਤੈਸੈ ਦਿੱਤਾ। ਢੱਕਣ ਕੋ ਪਤ ਮੇਰੀ ਢੱਕਣ ਕੋ ਪਤ ਮੇਰੀ। ਢੱਕਣ ਕੋ ਪਤ ਮੇਰੀ। ਦਾਨਾ ਬੀਨਾ ਸਾਈ ਮੈਂਡਾ। ਦਾਨਾ ਬੀਨਾ ਸਾਈ ਮੈਂਡਾ। ਨਾਨਕ ਸਾਰ ਨਾ ਜਾਣਾ ਤੇਰੀ। ਨਾਨਕ ਸਾਰ ਨਾ ਜਾਣਾ ਤੇਰੀ। ਦਾਨਾ ਬੀਨਾ ਸਾਈ ਮੈਂਡਾ। ਦਾਨਾ ਬੀਨਾ ਸਾਈ ਮੈਂਡਾ ਸਾਈ ਮੈਂਡਾ। ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ। ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਾਰ ਮਾਰਿਆ। ਪ੍ਰਹਿਲਾਦ ਤਰਾਇਆ। ਅਹੰਕਾਰੀ ਨਿੰਦਕਾਂ ਪਿਟਦੇ। ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ। ਲੈ ਛਡਾਇਆ ਜਨ ਨਾਨਕ ਐਸਾ ਹਰ। ਸ਼ਲੋਕ ਮਹਲਾ ਪਹਿਲਾ। ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਇੱਕ ਨਿਦੁ ਸਮਾਇਆ ਚੁਲੇ ਰਹਿਣ ਚੜੇ।
ਇਕ ਨਿਹਾਲੇ ਪੈਸਵਨਿਕ ਉਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ। ਆਪੇ ਸਾਜੇ ਕਰੇ ਆਪ ਜਾਏ ਵੀ ਰਖਿਆ, ਤਿਸੁ ਜੰਤੋ ਪਾਏ ਕਹਿ ਦੇਖੈ, ਥਾਪ ਥਾਪ ਕਿਸਨੂੰ ਕਹੀਏ ਨਾਨਕਾ। ਸਭ ਕਿਛ ਆਪੇ ਆਪੋੜੀ ਵਡਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਂਦੇ। ਦੇ ਜੀਆਂ ਰਿਜਕ ਸਵਾਏ ਸਾਈ ਘਰ ਕਮਾਵਣੀ, ਔਰ ਛੋਟੀ ਤਿੰਨੇ ਪਾਏ ਨਾਨਕ ਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤਿਸ ਰਜਾਏ 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 ਸੁਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀ। ਦੇ ਜੀਆਂ ਰਿਜਕ ਸੰਭਾਏ ਸਾਈ ਕਾਰ ਕਮਾਵਣੀ, ਤੁਰ ਛੋਡੀ ਤਿੰਨੇ ਪਾਏ। ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜਿਤ ਸੈ ਰਜਾਏ, ਸੋ ਕਰੇ ਜਿਤ ਸੈ ਰਜਾਏ ਸੁਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸਿਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਆਵਹੁ ਸਿੱਖ ਸਤ ਗੁਰ ਕੇ ਪਿਆਰਿਓ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇ ਰੇ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਹਿਰਾ ਨ ਚੜ ਜਾਏ। ਅੰਧ ਲਖੈ ਬਦਰੋ ਸੋਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕਾ ਮਹਿਮਾ ਜੋ ਤੁਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ
तुम कथा सुधारी, हम न सकत कार सिफत तुम्हारी। आप लिहो तुम कथा सुधारी। वाहिगुरु जी टोडी महला पंजवा। किरपन तन मन किल विख भरे, साध संग भजन कर स्वामी, ढाकन कौ इक हरे। रहाओ। अनक छिद्र बोहिथ के छुटकत, थाम न जाही करे। जिसका बोहित तिस आराधे, खोटे संग खरे। गली सैल उठावत चाहै, ओए ऊहा ही है थरे। जोर सकत नानक किश नाही, प्रभ राखो शरण परे। गली सैल उठावत चाहै, ओए ऊहा ही है थरे। जोर सकत नानक किश नाही, प्रभ राखो शरण परे। वाहिगुरु जी का खालसा, वाहिगुरु जी की फतेह। धन धन ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਟੋਡੀ ਰਾਗ ਦੇ ਵਿੱਚ ਹੈ। ਮਹੱਲਾ ਪੰਜਵਾਂ ਭਾਵ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 714 ਤੇ ਸੁਸ਼ੋਭਿਤ ਹੈ। ਸਾਹਿਬ ਜੀ ਕੀ ਕਿਰਪਾ ਕਰ ਰਹੇ ਨੇ, ਆਓ ਸਮਝੀਏ। ਕਿਰਪਨ ਤਨ ਮਨ ਕਿਲ ਵਿਖ ਭਰੇ। ਕਿਰਪਨ ਦਾ ਅਰਥ ਹੁੰਦਾ ਹੈ ਕੰਜੂਸ। ਕੰਜੂਸ ਇੱਥੇ ਪਰਮਾਰਥ ਦੀ ਦੁਨੀਆ ਦੇ ਵਿੱਚ ਕਿਰਪਨ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਨਾਮ ਨਹੀਂ ਜਪਦਾ, ਬੰਦਗੀ ਨਹੀਂ ਕਰਦਾ। ਅਕਾਲ ਪੁਰਖ ਪਰਮਾਤਮਾ ਨੇ ਸਵਾਸ ਦਿੱਤੇ ਨੇ ਖਰਚਣ ਵਾਸਤੇ। ਕਿੱਧਰ ਖਰਚਣੇ ਨੇ? ਬੰਦਗੀ ਲਈ। ਪਰ ਉਦੋਂ ਤਾਂ ਖਰਚਦਾ ਹੀ ਨਹੀਂ। ਵੀ ਕੋਈ ਜਪਜੀ ਸਾਹਿਬ ਦਾ ਨਾ ਕਿਤੇ ਪਾਠ ਹੋ ਜਾਵੇ, ਮੂਲ ਮੰਤਰ ਨਾ ਪੜ੍ਹ ਲਈਏ, ਵਾਹਿਗੁਰੂ ਨਾ ਕਹਿ ਲਈਏ, ਵੀ ਬੰਦਗੀ ਵਾਲੇ ਪਾਸੇ ਤੋਂ ਬਿਲਕੁਲ ਹੀ ਕੰਜੂਸ। ਨਾ ਵਾਹਿਗੁਰੂ ਕਹਿੰਦਾ ਹੈ, ਨਾ ਮੂਲ ਮੰਤਰ, ਨਾ ਕਦੀ ਪਾਠ ਕੀਤਾ ਹੈ, ਨਾ ਕਥਾ, ਨਾ ਕੀਰਤਨ, ਨਾ ਸੇਵਾ,
ਨਾ ਪਰਉਪਕਾਰ, ਕੁਝ ਵੀ ਨਹੀਂ ਕਰਦਾ ਹੈ। ਉਹਨੂੰ ਕਿਰਪਨ ਕਿਹਾ ਮਹਾਰਾਜ ਨੇ, ਕਿਰਪਨ, ਕੰਜੂਸ। ਉਹ ਫਿਰ ਕਿਲ ਵਿਖ ਭਰੇ ਪਾਪਾਂ ਦੇ ਨਾਲ ਭਰ ਜਾਂਦਾ ਹੈ, ਪਾਪਾਂ ਦੇ ਨਾਲ ਭਰ ਜਾਂਦਾ ਹੈ। ਬਾਣੀ ਨੇ ਪਾਪ ਦਗਧ ਕਰਨੇ ਸੀ, ਵਾਹਿਗੁਰੂ ਨੇ ਪਾਪ ਸਾੜਨੇ ਸੀ। ਵਾਹਿਗੁਰੂ ਤਾਂ ਕਹਿੰਦਾ ਹੀ ਨਹੀਂ, ਪਾਠ ਤਾਂ ਕਰਦਾ ਹੀ ਨਹੀਂ। ਉਹ ਪਾਪ ਵਧੀ ਜਾਂਦੇ ਨੇ, ਵਧੀ ਜਾਂਦੇ ਨੇ, ਵਧੀ ਜਾਂਦੇ ਨੇ। ਸੋ ਇਹ ਪੂਰੀ ਤਰ੍ਹਾਂ ਲੱਭਾ ਲੱਭ ਪਾਪਾਂ ਦੇ ਨਾਲ ਭਰ ਜਾਂਦਾ ਹੈ। ਕਿਰਪਨ ਦੀ ਗੱਲ ਕਰਦੇ ਨੇ। ਸਾਧ ਸੰਗ ਭਜਨ ਕਰ ਸੁਆਮੀ, ਢਾਕਨ ਕਉ ਇਕ ਹਰੇ। ਮਹਾਰਾਜ ਕਹਿੰਦੇ ਬਈ ਸਾਧ ਸੰਗਤ ਦੇ ਨਾਲ ਮਿਲ ਕੇ ਭਜਨ ਕਰਿਆ ਕਰ। ਆਪਣੇ ਜਿਹੜੇ ਪੜਦੇ ਨੇ ਸਤਿਗੁਰੂ ਜੀ ਨੇ ਹੀ ਢਕਣੇ ਨੇ। ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪੜਦਾ। ਸਤਿਗੁਰੂ ਜੀ ਸਾਡੇ ਪੜਦੇ ਤਾਂ ਢਕਣਗੇ ਜੇ ਆਪਾਂ ਬਾਣੀ ਪੜਾਂਗੇ, ਉਹਦੀ ਬੰਦਗੀ ਕਰਾਂਗੇ। ਬੰਦਗੀ ਕਰਨੇ ਵਾਲਿਆਂ ਦੇ ਉਹ ਪੜਦੇ ਢੱਕ ਲੈਂਦਾ ਹੈ। ਸਤਿਗੁਰੂ ਢਾਕ ਲਿਆ ਮੋਹਿ ਪਾਪੀ ਪੜਦਾ ਹੈ। ਕਿਰਪਾ ਕਰ ਦਿੰਦਾ, ਅੱਗੋਂ ਤੋਂ ਮੱਤ ਐਸੀ ਦੇ ਦਿੰਦਾ ਵੀ ਫਿਰ ਪਾਪ ਕਰਮ ਕਰਦਾ ਹੀ ਨਹੀਂ। ਮੱਤ ਹੀ ਐਸੀ ਉਹ ਦੇ ਦਿੰਦਾ ਫਿਰ। ਪਰ ਬੰਦਗੀ ਕਰ, ਬਾਣੀ ਪੜ੍ਹ, ਇਹਦੇ ਨਾਲ ਹੀ ਤੇਰੇ ਪਾਪ ਢੱਕ ਹੋਣੇ ਨੇ। ਕਹਿੰਦੇ ਇੱਕੋ ਹੀ ਤਾਂ ਹੈ ਰੱਬ, ਪਰਮਾਤਮਾ, ਪਰਮੇਸ਼ਰ ਦਾ ਨਾਮ ਜਿਹੜਾ ਹਰੇ ਭਰੇ ਕਰਦਾ। ਸੁੱਕਿਆਂ ਹਿਰਦਿਆਂ ਨੂੰ ਹਰੇ ਕੀਏ ਖਿਨਮਾ ਹੈ, ਖਿਨਮਾਤਰ ਦੇ ਵਿੱਚ ਹਰੇ ਭਰੇ ਕਰ ਦਿੰਦਾ। ਭਾਵ ਜਿੱਥੇ ਉਜਾੜ ਹੈ, ਉਦਾਸੀਆਂ ਨੇ, ਚਿੰਤਾਵਾਂ ਨੇ, ਫਿਕਰ ਨੇ, ਪਰ ਜਦੋਂ ਬਾਣੀ ਪੜ੍ਹੀ ਦੀ ਹੈ ਨਾ, ਉਸੇ ਹੀ ਘਰ ਵਿੱਚ ਖੁਸ਼ੀਆਂ ਹੋ ਜਾਂਦੀਆਂ। ਉਸੇ ਹੀ ਘਰ ਦੇ ਵਿੱਚੋਂ ਚਿੰਤਾਵਾਂ, ਫਿਕਰ, ਉਦਾਸੀਆਂ ਉਹ ਚੱਕੀਆਂ ਜਾਂਦੀਆਂ। ਕਿਉਂ? ਕਿਉਂਕਿ ਬਾਣੀ ਹੀ ਵਿਗਾਸ ਦਿੰਦੀ ਹੈ, ਖੇੜਾ ਦਿੰਦੀ ਹੈ, ਖੁਸ਼ੀ ਦਿੰਦੀ ਹੈ। ਕਹਿੰਦੇ ਰਹਾਓ ਆਨੇਕ ਛਿਦਰ ਬੋਹਿਥ ਕੇ ਛੁਟਕਤ, ਥਾਮ ਨਾ ਜਾਹੀ ਕਰੇ। ਜਹਾਜ਼ ਪੁਰਾਣਾ ਹੋ ਜਾਵੇ, ਫੂਟੇ 6,000 ਭਾਈ, ਉਹਦੇ ਵਿੱਚ ਹਜ਼ਾਰਾਂ ਸਰਾਖ ਹੋਣ, ਹਜ਼ਾਰਾਂ, ਕਿੱਥੇ ਕਿੱਥੇ ਹੱਥ ਰੱਖੇਗਾ? ਹੁਣ ਤਾਂ ਡੁੱਬਣਾ ਹੀ ਡੁੱਬਣਾ। ਕਬੀਰ ਬੇੜਾ ਜਰਜਰਾ, ਫੂਟੇ 6,000। ਇੱਥੇ ਤਾਂ ਹਜ਼ਾਰਾਂ ਹੀ ਸਰਾਖ ਨੇ। ਜਿਹੜਾ ਸਾਡਾ ਇਹ ਜ਼ਿੰਦਗੀ ਦਾ ਜਹਾਜ਼ ਹੈ, ਇਹ ਜਰਜਰਾ ਹੋ ਗਿਆ। ਸਾਡੇ ਪਾਪ ਕਰਮ ਜਿਹੜੇ ਨੇ ਉਹ ਸਰਾਖ ਨੇ। ਇੱਕ ਦੋ ਦੀ ਜਾਂ ਸੈਂਕੜਿਆਂ ਦੀ ਗੱਲ ਨਹੀਂ। ਇੱਥੇ ਚਲੋ ਫੂਟੇ 6,000, ਹਜ਼ਾਰਾਂ ਦੀ ਗੱਲ ਪੈ, ਇੱਥੇ ਤਾਂ ਲੱਖਾਂ ਦੀ ਹਿਸਾਬ ਦੇ ਨਾਲ ਪਾਪ ਨੇ। ਜਿੰਨੇ ਪਾਪ ਨੇ ਉਨੇ ਹੀ ਸੁਰਾਖ ਨੇ। ਤੇ ਇਸ ਸੰਸਾਰ ਦੇ ਵਿੱਚ ਕਿੱਦਾਂ ਤਰੇਂਗਾ? ਤਰੇ ਹੀ ਨਹੀਂ ਸਕਦਾ। ਡੁੱਬੇਗਾ, ਡੁੱਬੇਗਾ। ਪਾਪੀ ਬੰਦਾ ਇਸ ਸੰਸਾਰ ਤੋਂ ਪਾਰ ਨਹੀਂ ਹੋ ਸਕਦਾ, ਉਹ ਡੁੱਬ ਜਾਵੇਗਾ। ਠੀਕ ਉਸੇ ਤਰ੍ਹਾਂ ਜਿਵੇਂ ਬੇੜੇ ਦੇ ਵਿੱਚ ਸਰਾਖ ਹੋਣ, ਉਹ ਜਰਜਰਾ ਹੋਵੇ ਬੇੜਾ, ਤੇ ਉਹ ਨਦੀ ਨਹੀਂ ਪਾਰ ਕਰ ਸਕਦਾ ਹੈ, ਉਹ ਡੁੱਬ ਜਾਂਦਾ ਹੈ। ਠੀਕ ਇਸੇ ਤਰ੍ਹਾਂ ਪਾਪੀ ਬੰਦਾ, ਉਹਦੀ ਜ਼ਿੰਦਗੀ ਦੇ ਜਹਾਜ਼ ਇਸ ਬੇੜੇ ਵਿੱਚ ਪਾਪਾਂ ਰੂਪੀ ਹਜ਼ਾਰਾਂ ਸਰਾਖ ਹੁੰਦੇ ਨੇ, ਜਿਸ ਕਰਕੇ ਉਹ ਤਰ ਨਹੀਂ ਸਕਦਾ, ਉਹ ਡੁੱਬ ਜਾਂਦਾ ਹੈ। ਸੋ ਜਿੱਦਾਂ ਜਿਹਦਾ ਜਹਾਜ਼ ਹੋਵੇ ਨਾ, ਉਹ ਫਿਰ ਜਹਾਜ਼ ਦੀ ਰਿਪੇਅਰ ਕਰ ਦਿੰਦਾ ਹੈ। ਜਹਾਜ਼ ਨਵਾਂ ਨਰਵਾ ਹੋ ਜਾਂਦਾ, ਉਹ ਪਾਰ ਹੋ ਜਾਂਦਾ ਹੈ। ਜਿਹਦਾ ਜਹਾਜ਼ ਨਹੀਂ ਹੈ, ਉਹ ਰਿਪੇਅਰ ਨਹੀਂ ਕਰ ਸਕਦਾ। ਡਰਾਈਵਰ ਗੱਡੀ ਚਲਾ ਸਕਦਾ, ਮਕੈਨਿਕ ਹੀ ਨਹੀਂ ਕਰ ਸਕਦਾ। ਮਲਾਹ ਕਿਸ਼ਤੀ ਤਾਂ ਚਲਾ ਸਕਦਾ ਹੈ, ਪਰ ਉਹਦੀ ਰਿਪੇਅਰਿੰਗ ਨਹੀਂ ਵਿਚਾਰੇ ਕੋ ਹੋਣੀ, ਨਹੀਂ ਕਰ ਸਕਦਾ। ਤੇ ਇਹ ਤਾਂ ਜਹਾਜ਼ ਦੀ ਗੱਲ। ਆ ਜ਼ਿੰਦਗੀ, ਇਹ ਜੀਵਨ ਸਾਡਾ, ਜਿਸ ਨੇ ਸਾਨੂੰ ਤਨ ਮਨ ਦਿੱਤਾ, ਪ੍ਰਾਣ ਦਿੱਤੇ, ਸਾਹ ਦਿੱਤੇ ਹੋਏ ਨੇ, ਪਾਪਾਂ ਕਰਕੇ ਸਾਡੇ ਜੀਵਨ ਵਿੱਚ ਹਜ਼ਾਰਾਂ ਸਰਾਖ ਹੋ ਚੁੱਕੇ ਨੇ।
ਅਸੀਂ ਨਹੀਂ ਸੰਸਾਰ ਵਿੱਚ ਤਰ ਸਕਦੇ। ਤੇ ਜਿਹਦਾ ਇਹ ਜਹਾਜ਼ ਹੈ ਨਾ, ਜੀਵਨ ਹੈ, ਸਰੀਰ ਹੈ, ਤਨ ਮਨ ਹੈ ਜਿਸ ਦਾ, ਉਹਨੂੰ ਬੇਨਤੀ ਕਰੋ, ਉਹਨੇ ਆਪਣੇ ਆਪ ਹੀ ਨਵਾਂ ਨਰਵਾ ਜਹਾਜ਼ ਬਣਾ ਦੇਣਾ। ਫਿਰ ਆਪ ਵੀ ਤਰੇਂਗਾ ਤੇ ਸੰਗੀਆਂ ਸਾਥੀਆਂ ਨੂੰ ਵੀ ਤਾਰੇਂਗਾ। ਇੱਕ ਥੋੜੀ ਅਨੇਕਾਂ ਮਿਸਾਲਾਂ ਨੇ। ਵਾਲਮੀਕ ਦਾ ਜਹਾਜ਼ ਟੁੱਟ ਚੁੱਕਾ ਸੀ, ਨਵਾਂ ਨਰਵਾ ਹੋ ਗਿਆ। ਭਾਈ ਬਿਧੀ ਚੰਦ ਦਾ ਜਹਾਜ਼ ਟੁੱਟ ਚੁੱਕਾ ਸੀ, ਨਵਾਂ ਨਰਵਾ ਹੋ ਗਿਆ। ਸੱਜਣ ਠੱਗ, ਕੌਡਾ ਰਾਖਸ਼, ਇਹ ਪੁਰਾਣੀਆਂ ਕਥਾਵਾਂ ਨੇ। ਅੱਜ ਦੇ ਸਮੇਂ ਵਿੱਚ ਬੜੇ ਨੇ ਐਸੇ ਜਿਨ੍ਹਾਂ ਦੇ ਜਹਾਜ਼ ਸਰਾਖੇ ਗਏ, ਹਾਂਜੀ, ਪਾਪਾਂ ਕਰਕੇ ਡੈਮੇਜ ਹੋ ਗਏ, ਸਾਰੇ ਜਰਜਰੇ ਹੋ ਗਏ। ਪਰ ਜਿਨ੍ਹਾਂ ਨੇ ਗੁਰੂ ਦਾ ਸਹਾਰਾ ਲੈ ਲਿਆ, ਸ਼ਬਦ ਦਾ, ਉਹਨਾਂ ਦੇ ਜਹਾਜ਼ ਨਵੇਂ ਨਰੋਏ ਹੋ ਗਏ। ਆਪ ਵੀ ਤਰ ਰਹੇ ਨੇ, ਸੰਗੀਆਂ ਸਾਥੀਆਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਅਨਕ ਛਿੱਦਰ, ਛਿੱਦਰ ਹੁੰਦਾ ਨੇ ਸਰਾਖ, ਬੋਹਿਤ ਇਹ ਸਾਡਾ ਤਨ ਮਨ, ਇਹ ਜੀਵਨ ਹੋ ਗਿਆ। ਕਿ ਛੁਟਕਤ ਥਾਮ ਨਾ ਜਾਹੀ ਕਰੇ, ਅਸੀਂ ਆਪਣੇ ਜੀਵਨ ਨੂੰ ਸਹਾਰਾ ਨਹੀਂ ਦੇ ਸਕਦੇ। ਪਾਪ ਇੰਨੇ ਨੇ, ਇੰਨੇ ਕੁ ਸਰਾਖ ਹੋ ਚੁੱਕੇ ਨੇ ਸਾਡੇ ਜੀਵਨ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ। ਡੁੱਬਦੇ ਜਾ ਰਹੇ ਹਾਂ, ਤਰਨਾ ਤਾਂ ਕੀ ਹੈ, ਡੁੱਬਦੇ ਜਾ ਰਹੇ ਹਾਂ। ਕਹਿੰਦੇ ਬਲਕਿ ਸਾਡੇ ਯਤਨ ਸਾਰੇ ਖਰਾਬ। ਹੁਣ ਜੇ ਨਾ ਜਰਜਰਾ ਹੋ ਜਾਵੇ, ਘੁਣ ਖਾਧੀ ਲੱਕੜ ਹੈ, ਉਹਦੀ ਰਿਪੇਅਰ ਕਰਨੀ ਚਾਹੋ, ਮਾੜਾ ਜਿਹਾ ਹੱਥ ਲਾਉਣਾ, ਪਹਿਲੋਂ ਸਰਾਖ ਛੋਟਾ ਸੀ, ਹੋਰ ਵੱਡਾ ਹੋ ਗਿਆ। ਇਸੇ ਤਰ੍ਹਾਂ ਅਸੀਂ ਵੀ ਆਪਣੇ ਜੀਵਨ ਨੂੰ ਆਪਣੇ ਲੈਵਲ 'ਤੇ ਜਦੋਂ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ, ਕਰਨ ਚੰਗਾ ਜਾਂਦੇ ਹਾਂ, ਉਹ ਮਾੜਾ ਜਾਂਦਾ, ਹੋਰ ਸਰਾਖ ਵੱਡਾ ਹੋ ਜਾਂਦਾ। ਪੁੰਨ ਕਰਨ ਜਾ ਰਹੇ ਸੀ, ਪਾਪ ਵੱਡਾ ਹੋ ਗਿਆ। ਛੋਟਾ ਜਿਹਾ ਸਰਾਖ ਸੀ, ਹੁਣ ਮੋਘਾ ਹੋ ਗਿਆ, ਹੁਣ ਕੀ ਕਰੇਗਾ। ਇਸ ਕਰਕੇ ਭਾਈ ਜਿਹਦਾ ਇਹ ਜਹਾਜ਼ ਹੈ ਨਾ, ਉਹਨੂੰ ਹੀ ਬੇਨਤੀ ਕਰੋ, ਉਹਨੇ ਆਪੇ ਵੀ ਨਵਾਂ ਦਰਵਾ ਕਰ ਦੇਣਾ। ਮਹਾਰਾਜ ਕਹਿੰਦੇ ਜਿਸ ਕਾ ਬੋਹਿਥ ਤਿਸ ਅਰਾਧੇ, ਖੋਟੇ ਸੰਗ ਖਰੇ। ਜਿਹਦਾ ਇਹ ਜੀਵਨ ਰੂਪ ਜਹਾਜ਼ ਹੈ ਬੋਹਿਥ, ਉਹਦੀ ਅਰਾਧਨਾ ਕਰੋ। ਫਿਰ ਕੋਈ ਖਰਾ ਐਸਾ ਉਹ ਭੇਜ ਦਿੰਦਾ, ਸਾਡੇ ਵਰਗੇ ਖੋਟਿਆਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਇਹ ਤਾਂ ਉਹਦੀ ਮੌਜ ਹੈ। ਸਾਨੂੰ ਪਾਰ ਕਰਨ ਵਾਸਤੇ ਕਿਸੇ ਖਰੇ ਨੂੰ ਭੇਜ ਦੇਵੇ, ਜਾਂ ਸਾਨੂੰ ਪਾਰ ਕਰਨ ਵਾਸਤੇ ਸਾਨੂੰ ਹੀ ਖਰਾ ਬਣਾ ਦੇਵੇ। ਖੋਟੇ ਸੰਗ ਖਰੇ, ਇਹ ਤਾਂ ਆਪਣੀ ਮੌਜ ਹੈ ਉਸ ਦੀ। ਅਤੇ ਉਹਨੂੰ ਕਿਹੜਾ ਟਾਈਮ ਲੱਗਣਾ। ਸਤਿਗੁਰੂ ਖੋਟਿਓਂ ਖਰੇ ਕਰੇ, ਇੱਕ ਛਿਨ ਮਾਤਰ ਦੇ ਵਿੱਚ ਖੋਟਿਆਂ ਨੂੰ ਉਹ ਖਰੇ ਕਰ ਦਿੰਦਾ। ਮਹਾਰਾਜ ਕਹਿੰਦੇ ਗੱਲੀ ਸੈਲ ਉਠਾਵਤ ਚਾਹੈ, ਓਏ ਊਹਾਂ ਹੀ ਹੈ ਥਰੇ। ਪਰ ਇਹ ਕੰਮ ਗੱਲਾਂ ਬਾਤਾਂ ਦੇ ਨਾਲ ਨਹੀਂ ਹੁੰਦੇ ਭਾਈ। ਬੰਦਗੀ ਕਰਨੀ ਤਾਂ ਫਿਰ ਸੰਸਾਰ ਦੇ ਦੁੱਖ ਸੁੱਖ ਛੱਡਣੇ ਪੈਂਦੇ ਨੇ। ਦੁੱਖਾਂ ਵੱਲ ਵੀ ਧਿਆਨ ਨਹੀਂ ਦੇਈਦਾ ਅਤੇ ਸੁੱਖਾਂ ਵੱਲ ਵੀ ਨਹੀਂ ਧਿਆਨ ਦੇਈਦਾ, ਫੇਰ ਕਿਤੇ ਜਾ ਕੇ ਬੰਦਗੀ ਹੁੰਦੀ ਹੈ। ਗੱਲਾਂ ਬਾਤਾਂ ਦੇ ਨਾਲ ਪਹਾੜ ਥੋੜ੍ਹੀ ਚੱਕ ਲਈਦਾ। ਬੰਦਾ ਪਹਾੜ ਦੇ ਕੋਲ ਜਾ ਕੇ ਕਹਿ ਲੈ ਮੈਂ ਪਹਾੜ ਚੱਕ ਕੇ ਲੈ ਜਾਊਂ, ਮੈਂ ਇੱਦਾਂ ਕਰ ਦੂੰ। ਹਾਂਜੀ, ਗੱਲਾਂ ਦੇ ਨਾਲ ਥੋੜ੍ਹੀ ਪਹਾੜ ਚੱਕ ਹੋ ਜਾਣਾ, ਉਹ ਤਾਂ ਉੱਥੇ ਰਹਿ ਜਾਣਾ। ਗੱਲਾਂ ਬਾਤਾਂ ਦੇ ਨਾਲ ਪਾਪ ਨਹੀਂ ਮਿਟਦੇ ਹੁੰਦੇ। ਪਾਪ ਮਿਟਾਉਣ ਦੇ ਵਾਸਤੇ ਉਦਮ ਕਰਨਾ ਪੈਣਾ, ਬੰਦਗੀ ਕਰਨੀ ਪਵੇਗੀ। ਆ ਜਿਹੜਾ ਬੇੜਾ ਜਰਜਰਾ ਹੋ ਗਿਆ ਨਾ ਸਾਡਾ ਜ਼ਿੰਦਗੀ ਦਾ, ਗੱਲਾਂ ਬਾਤਾਂ ਦੇ ਨਾਲ ਨਵਾਂ ਨਹੀਂ ਹੋਣਾ। ਉਹਨੂੰ ਬੇਨਤੀ ਕਰਨੀ ਪੈਣੀ, ਉਹਦੀ ਅਰਾਧਨਾ ਕਰਨੀ ਪੈਣੀ, ਫਿਰ ਇਹ ਨਵਾਂ ਨਰਵਾ ਹੋਵੇਗਾ। ਗੱਲਾਂ ਦੇ ਨਾਲ ਥੋੜ੍ਹੀ ਪਹਾੜ ਕਹਿੰਦੇ ਚੱਕੇ ਜਾਂਦੇ, ਉੱਥੇ ਦੇ ਉੱਥੇ ਪੈ ਰਹਿ ਜਾਂਦੇ। ਕਹਿੰਦੇ ਜੋਰ ਸਕਤ ਨਾਨਕ ਕਿਛ ਨਾਹੀ, ਪ੍ਰਭ ਰਾਖੋ ਸ਼ਰਨ ਪਰੇ। ਅਸਾਂ ਜੋਰ ਨਾਹੀ ਕਿ ਮੈਂ ਆਪਣੇ ਜੀਵਨ ਨੂੰ ਸੁਧਾਰ ਸਕਾਂ, ਮੈਂ ਜੋ ਪਾਪ ਕੀਤੇ ਹੋਏ ਨੇ ਉਹਨਾਂ ਨੂੰ ਖਤਮ ਕਰ ਸਕਾਂ।
ਮੇਰਾ ਜੀਵਨ ਇੱਕ ਭਗਤ ਵਾਲਾ ਹੋ ਜਾਵੇ, ਸੋ ਇੱਕ ਵਧੀਆ ਜੀਵਨ ਹੋ ਜਾਵੇ ਬੰਦਗੀ ਵਾਲਾ, ਇਹ ਮੈਂ ਨਹੀਂ ਕਰ ਸਕਦਾ। ਉਹੋ ਹੀ ਹੈ, ਉਹੀ ਮੇਰਾ ਜੀਵਨ ਵਧੀਆ ਬਣਾ ਸਕਦਾ। ਰੱਖ, ਮੈਂ ਤੇਰੀ ਤਾਂ ਸ਼ਰਨ ਵਿੱਚ ਆ ਗਿਆ ਤੇ ਮੈਨੂੰ ਰੱਖ ਲਓ। ਇਹ ਸੰਸਾਰ ਦੇ ਜਿਹੜੇ ਨਾ ਝਮੇਲੇ ਨੇ, ਇਹਨਾਂ ਦੇ ਵਿੱਚੋਂ ਮੈਨੂੰ ਬਚਾ ਲਓ। ਟੋਡੀ ਮਹਲਾ ਪੰਜਵਾਂ। ਹਰ ਕੇ ਚਰਨ ਕਮਲ ਮਨ ਧਿਆਓ। ਹਰੀ ਦੇ ਚਰਨ ਕਮਲ ਮਨ ਵਿੱਚ ਧਿਆਓ। ਹਰੀ ਦੇ ਚਰਨ ਕਮਲ ਕੀ ਹੈ? ਸ਼ਬਦ, ਗੁਰਬਾਣੀ, ਵਾਹਿਗੁਰੂ। ਹਰੀ ਦੇ ਗੁਣ ਹੀ ਹਰੀ ਦੇ ਚਰਨ ਕਮਲ ਨੇ, ਇਹਨੂੰ ਮਨ ਵਿੱਚ ਧਿਆਓ ਕਹਿੰਦੇ। ਕਾਢ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ। ਇਹ ਕੁਠਾਰ ਹੈ, ਕੁਹਾੜਾ ਹੈ। ਇੱਕ ਐਸੀ ਦਵਾਈ ਹੈ ਹਰੀ ਦਾ ਨਾਮ ਰੂਪ ਕੁਹਾੜਾ, ਕਿ ਐਸੀ ਦਵਾਈ ਹੈ, ਇਹਦੇ ਨਾਲ ਪਿੱਤ ਤੇ ਬਾਤ, ਪਿੱਤ ਹੁੰਦੀ ਗਰਮੀ, ਬਾਤ ਹੁੰਦੀ ਵਾਏ। ਸੋ ਗਰਮੀ ਤੇ ਵਾਏ ਦੇ ਜਿਹੜੇ ਰੋਗ ਨੇ ਸਰੀਰ ਵਿੱਚ ਘਰ ਘਰ ਗਏ ਨੇ, ਇੱਕ ਪਰਮਾਤਮਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਰੋਗ ਦੂਰ ਨਹੀਂ ਹੋ ਸਕਦੇ। ਹੰਗਤਾ ਤੇ ਮਮਤਾ, ਇਹ ਪਿੱਤ ਬਾਤ ਆ, ਇਹ ਗਰਮੀ ਤੇ ਵਾਏ ਦੇ ਰੋਗ ਨੇ। ਇੱਕ ਨਾਮ ਰੂਪ ਜਿਹੜਾ ਕੁਹਾੜਾ ਹੈ ਨਾ, ਨਾਮ ਰੂਪ ਜਿਹੜੀ ਦਵਾਈ ਹੈ, ਇਹਦੇ ਨਾਲ ਹੀ ਇਹਨਾਂ ਰੋਗਾਂ ਨੂੰ ਕੱਟਿਆ ਜਾ ਸਕਦਾ ਹੈ। ਰਹਾਉ। ਤੀਨੇ ਤਾਪ ਨਿਵਾਰਣ ਹਾਰਾ, ਦੁਖ ਹੰਤਾ ਸੁਖ ਰਾਸ। ਆਦਿ ਵਿਆਧੀ ਉਪਾਧੀ, ਇਹ ਤਿੰਨ ਤਾਪ ਮੰਨੇ ਜਾਂਦੇ ਨੇ। ਗੁਰੂ ਕਾ ਜਿਹੜਾ ਸ਼ਬਦ ਹੈ, ਇਹਦੇ ਨਾਲ ਤਿੰਨੋਂ ਹੀ ਤਾਪ ਦੂਰ ਹੋ ਜਾਂਦੇ ਨੇ। ਹੰਤਾ ਹੁੰਦਾ ਨਸ਼ਟ ਹੋ ਜਾਣਾ, ਦੁੱਖ ਹੰਤਾ, ਇਹ ਤਿੰਨੋਂ ਹੀ ਤਾਪ ਜੋ ਦੁੱਖ ਦਿੰਦੇ ਨੇ, ਉਹਨਾਂ ਦੁੱਖਾਂ ਦਾ ਨਸ਼ਟ ਹੋ ਜਾਂਦਾ, ਦੁੱਖ ਨਸ਼ਟ ਹੋ ਜਾਂਦੇ ਨੇ। ਸੁਖ ਰਾਸ, ਬਾਣੀ ਪੜ੍ਹਨ ਦੇ ਨਾਲ, ਨਾਮ ਜਪਣ ਦੇ ਨਾਲ ਸੁੱਖ ਪ੍ਰਾਪਤ ਹੁੰਦੇ ਨੇ, ਸੁੱਖਾਂ ਦੀ ਪੂੰਜੀ ਇਕੱਤਰ ਹੋ ਜਾਂਦੀ ਹੈ। ਕਹਿੰਦੇ ਤਾ ਕੋ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਜਿਹੜਾ ਰੱਬ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ, ਇਹ ਤਿੰਨੋਂ ਹੀ ਤਾਪ ਉਹਦੇ ਵਿੱਚ ਵਿਘਨ ਨਹੀਂ ਪਾ ਸਕਦੇ। ਕੋਈ ਰੁਕਾਵਟ ਵਿਘਨ ਨਹੀਂ ਪਾ ਸਕਦੀ ਹੈ। ਇਹਦਾ ਆਪਣਾ ਹੀ ਕੀਤਾ ਹੋਇਆ ਮਾੜਾ ਕਰਮ ਵੀ ਵਿਘਨ ਨਹੀਂ ਪਾ ਸਕਦਾ। ਜੇ ਇਹ ਰੱਬ ਦੇ ਅੱਗੇ ਅਰਦਾਸ ਕਰੇ, ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੇ, ਫਿਰ ਵਿਘਨ ਕੁਝ ਨਹੀਂ ਕਰ ਸਕਦੇ। ਮਹਾਰਾਜ ਉੱਥੇ ਭਜਨ ਕਰਦੇ, ਕਹਿੰਦੇ ਵਿਘਨ ਵਿਨਾਸ਼ਨ ਸਭ ਦੁੱਖ ਨਾਸਨ, ਸਤਿਗੁਰੂ ਨਾਮ ਨਿਰਣਾਇਆ। ਇਹ ਵਿਘਨ ਵੀ ਨਸ਼ਟ ਹੋ ਜਾਂਦੇ ਨੇ ਜਦੋਂ ਸਤਿਗੁਰੂ ਜੀ ਦੇ ਨਾਮ ਨੂੰ ਦ੍ਰਿੜ ਕੀਤਾ ਜਾਂਦਾ ਹੈ। ਸੰਤ ਪ੍ਰਸਾਦ ਵੈਦ ਨਾਰਾਇਣ, ਕਰਨ ਕਾਰਨ ਪ੍ਰਭ ਏਕ। ਸੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਸੰਤ ਭਗਤ, ਇਹ ਰੱਬ ਦੇ ਵੈਦ ਹੁੰਦੇ ਨੇ, ਰੱਬ ਦੇ ਹਕੀਮ ਹੁੰਦੇ ਨੇ, ਰੱਬ ਦੇ ਡਾਕਟਰ ਹੁੰਦੇ ਨੇ। ਫਿਰ ਰੱਬ ਦੀ ਕਿਰਪਾ ਦੇ ਨਾਲ, ਰੱਬ ਦੇ ਪਿਆਰਿਆਂ ਦੇ ਨਾਲ ਮੇਲ ਹੁੰਦਾ ਹੈ, ਜਿਨ੍ਹਾਂ ਦੇ ਕੋਲੋਂ ਸਾਨੂੰ ਨਾਮ ਰੂਪ ਦਵਾਈ ਪ੍ਰਾਪਤ ਹੁੰਦੀ ਹੈ, ਜੋ ਸਾਨੂੰ ਨਾਮ ਰੂਪ ਦਵਾਈ ਦੀ ਸੋਝੀ ਦਿੰਦੇ ਨੇ। ਸੋ ਕਰਕੇ ਦਿਖਾਲਦੇ ਨੇ ਵੀ ਇੱਦਾਂ ਜਪੋ, ਜਿੱਦਾਂ ਬਾਣੀ 'ਚ ਜ਼ਿਕਰ ਆਉਂਦਾ ਨਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸੋ ਇੰਝ ਕਰਕੇ ਦਿਖਾਲਦੇ ਨੇ, ਜਪ ਕੇ ਦਿਖਾਲਦੇ ਨੇ, ਚੱਲ ਕੇ ਦਿਖਾਲਦੇ ਨੇ। ਕਹਿੰਦੇ ਭਾਈ ਇੰਝ ਚੱਲੋ। ਇਸ ਕਰਕੇ ਕਹਿੰਦੇ ਸੰਤ ਪ੍ਰਸਾਦ ਵੈਦ ਨਾਰਾਇਣ, ਕਰਨ ਕਾਰਨ ਪ੍ਰਭ ਏਕ। ਰੱਬ ਦੇ ਪਿਆਰਿਆਂ ਦੁਆਰਾ ਸਾਨੂੰ ਕਰਨ ਕਾਰਨ ਜਿਹੜਾ ਰੱਬ ਆ, ਪਰਮਾਤਮਾ ਪਰਮੇਸ਼ਰ, ਉਸ ਦੀ ਸੋਝੀ ਆਉਂਦੀ ਵੀ ਉਹ ਇੱਕੋ ਹੀ ਹੈ। ਅਤੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਜਿਹੜੇ ਰੱਬ ਦੇ ਪਿਆਰੇ ਨੇ,
ਉਹਨਾਂ ਦੇ ਨਾਲ ਮਿਲ ਕੇ ਸਾਨੂੰ ਵੀ ਬੰਦਗੀ ਕਰਨ ਦਾ ਢੰਗ ਤਰੀਕਾ ਆਉਂਦਾ ਵੀ ਕਿੱਦਾਂ ਨਾਮ ਜਪਣਾ, ਕਿੱਦਾਂ ਆਪਣਾ ਜੀਵਨ ਜਿਉਣਾ। ਸੋ ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾਏ। ਸੋ ਇਹ ਪ੍ਰੇਮ ਕਰਨਾ ਸਿਖਾਉਂਦੇ ਨੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ। ਅਤੇ ਅਕਾਲ ਪੁਰਖ ਦੀ ਜਦੋਂ ਕਿਰਪਾ ਹੁੰਦੀ ਫਿਰ ਰੱਬ ਦੇ ਪਿਆਰਿਆਂ ਦੇ ਨਾਲ ਮੇਲ ਹੁੰਦਾ ਹੈ। ਬਾਲ ਬੁੱਧ ਪੂਰਨ ਸੁਖ ਦਾਤਾ, ਨਾਨਕ ਹਰ ਹਰ ਟੇਕ। ਅਸਲ ਦੇ ਵਿੱਚ ਜਿਹੜਾ ਪੂਰਨ ਸੁਖ ਹੈ ਉਹ ਬਾਲ ਬੁੱਧ ਵਿੱਚ ਹੈ। ਬਾਲ ਬੁੱਧ ਦੇ ਵਿੱਚ ਕੋਈ ਵਿਕਾਰ ਨਹੀਂ ਹੁੰਦਾ, ਕੋਈ ਧੋਖਾ ਨਹੀਂ, ਕੋਈ ਠੱਗੀ ਨਹੀਂ, ਕੋਈ ਫਰੇਬ ਨਹੀਂ ਹੈ। ਜਿਹੜੀ ਬਾਲ ਬੁੱਧ ਤੋਂ ਭਾਵ ਹੁੰਦਾ ਬੱਚੇ ਵਾਲੀ ਬੁੱਧ। ਬੱਚੇ ਦਾ ਜਿਹੜਾ ਮਨ ਹੁੰਦਾ ਬੜਾ ਸਾਫ ਸੁਥਰਾ ਹੁੰਦਾ, ਬੜਾ ਪਵਿੱਤਰ ਹੁੰਦਾ ਹੈ। ਅਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦਾ ਮਨ ਵੀ ਬੰਦਗੀ ਕਰ ਕਰਕੇ ਬੱਚੇ ਵਰਗਾ ਹੋ ਜਾਂਦਾ। ਜਿੱਦਾਂ ਬੱਚੇ ਦੀ ਬੁੱਧ ਹੈ ਨਿਰਛਲ, ਧੋਖੇ ਤੋਂ ਰਹਿਤ, ਠੱਗੀ ਫਰੇਬ ਤੋਂ ਰਹਿਤ, ਮਲੰਮੇ ਤੋਂ ਰਹਿਤ, ਇਸੇ ਤਰ੍ਹਾਂ ਹੀ ਭਗਤਾਂ ਦੀ ਬੁੱਧ ਹੋ ਜਾਂਦੀ ਹੈ। ਸੋ ਇਸ ਕਰਕੇ ਬਾਲ ਬੁੱਧ ਸ਼ਬਦ ਵਰਤਿਆ। ਜਿਹੜੀ ਬਾਲ ਬੁੱਧ ਹੈ ਇਹਦੇ ਵਿੱਚ ਪੂਰਨ ਸੁੱਖ ਮਿਲਦਾ ਹੈ। ਇੰਝ ਕਹਿ ਲਈਏ ਜਿਸ ਦੀ ਬਾਲ ਬੁੱਧ ਬਣ ਜਾਂਦੀ ਹੈ, ਦਾਤਾ ਪਰਮੇਸ਼ਰ ਪਾਰ ਬ੍ਰਹਮ ਉਸ ਨੂੰ ਪੂਰਾ ਸੁੱਖ ਦੇ ਦਿੰਦਾ। ਕਿਉਂ? ਕਿਉਂਕਿ ਉਹ ਬਾਲ ਬੁੱਧ ਉਹਨੂੰ ਉਹਦੇ ਕੋਲ ਪ੍ਰਾਪਤ ਹੋ ਗਈ। ਬਾਲ ਬੁੱਧ ਪੂਰਨ ਸੁਖ ਦਾਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਦਾਤਾ ਪੂਰਨ ਸੁੱਖ ਦਿੰਦਾ ਹੈ। ਨਾਨਕ ਹਰ ਹਰ ਟੇਕ, ਇਹ ਹੈ ਬੱਚੇ ਦੀ ਖਾਸੀਅਤ। ਹੁਣ ਬੱਚਾ ਜਦੋਂ ਆਪਣੇ ਮਾਂ ਬਾਪ ਦੇ ਨਾਲ ਬਾਜ਼ਾਰ ਜਾਵੇ ਅਤੇ ਉਹ ਮਾਂ ਬਾਪ ਦੇ ਉੱਤੇ ਟੇਕ ਰੱਖਦਾ। ਉਹਨੇ ਕੁਝ ਖਾਣ ਪੀਣ ਨੂੰ ਮੰਗਣਾ ਤਾਂ ਮਾਂ ਬਾਪ ਨੂੰ ਕਹਿਣਾ। ਜੇ ਖਿਡੌਣੇ ਵਾਲੀ ਦੁਕਾਨ ਤੋਂ ਇੱਕ ਖਿਡੌਣੇ ਖਰੀਦਣੇ ਤਾਂ ਮਾਂ ਬਾਪ ਨੂੰ ਕਹਿਣਾ। ਨਾ ਉਹ ਦੁਕਾਨਦਾਰ ਨੂੰ ਕਹੇਗਾ, ਨਾ ਹੋਰ ਗਾਹਕ ਨੂੰ ਕਹੇਗਾ। ਬੱਚਾ ਜਿੱਦਾਂ ਆਪਣੇ ਮਾਂ ਬਾਪ 'ਤੇ ਹੀ ਭਰੋਸਾ ਰੱਖਦਾ ਵੀ ਇਹਨੇ ਹੀ ਮੈਨੂੰ ਲੈ ਕੇ ਦੇਣਾ, ਉਹਨੂੰ ਪੂਰਨ ਵਿਸ਼ਵਾਸ ਹੁੰਦਾ ਹੈ। ਅਤੇ ਰੱਬ ਦੇ ਪਿਆਰਿਆਂ ਦਾ ਐਡਾ ਭਰੋਸਾ ਹੋ ਜਾਂਦਾ ਵੀ ਜੋ ਮੈਨੂੰ ਮਿਲਣਾ ਮੇਰੇ ਸਤਿਗੁਰੂ ਤੋਂ ਮਿਲਣਾ ਹੈ। ਅਤੇ ਆਪਣੇ ਗੁਰੂ ਦੇ ਦਰ ਨੂੰ ਛੱਡ ਕੇ ਉਹ ਕਿਸੇ ਹੋਰ ਦਰ 'ਤੇ ਨਹੀਂ ਭਟਕਦੇ। ਅਤੇ ਗੁਰੂ ਵੀ ਕਿਰਪਾ ਕਰਦਾ ਹੈ। ਅਤੇ ਉਹ ਬਾਲ ਬੁੱਧ ਵਾਲਿਆਂ ਵਾਸਤੇ ਮਹਾਰਾਜ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਫਿਰ ਜੋ ਬਾਲ ਬੁੱਧ ਅਨੁਸਾਰ ਇਹ ਮੰਗਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕਰਦੇ ਨੇ। ਅਤੇ ਬਾਲ ਬੁੱਧ ਜਿੱਦਾਂ ਬੱਚਾ ਆਪਣੀ ਲੋੜ ਅਨੁਸਾਰ ਚੀਜ਼ ਮੰਗਦਾ, ਆਹ ਬਾਲ ਬੁੱਧ ਹੀ ਹੈ। ਜਿੱਦਾਂ ਧੰਨੇ ਨੇ ਕਹਿ ਦਿੱਤਾ ਦਾਲ ਸੀਧਾ ਮੰਗੂ ਕੀਓ, ਕਿੱਥੇ ਸਟੋਰ ਕਿੱਥੇ ਕੀਤਾ। ਦੋਏ ਸ਼ੇਰ ਮੰਗੂ ਚੂਨਾ, ਇਹ ਬਾਲ ਬੁੱਧ ਦੀਆਂ ਗੱਲਾਂ ਨੇ। ਬੱਚਾ ਵੀ ਕਹਿੰਦਾ ਨਹੀਂ ਬਸ ਆਹ ਇੰਨੀ ਕੁ ਚੀਜ਼ ਚਾਹੀਦੀ ਹੈ, ਕਹਿਣਾ ਬਸ ਇੰਨੇ 'ਚ ਖੁਸ਼ ਹੋ ਜਾਂਦਾ। ਦੋਏ ਸ਼ੇਰ ਮੰਗੂ ਚੂਨਾ, ਪਾਈਆ ਘਿਓ ਕੌਣ ਮੰਗਦਾ? ਮੰਨ ਲਓ ਵੀ ਜਿਹੜੀ ਮੇਰੇ ਕੋਲ ਖੁਰਾਕ ਹੋਵੇ ਔਰ ਮੜਾ ਮੁਹੀ ਹੋਵੇ ਕਹਿਣਾ। ਸੋ ਇਹਦਾ ਜਿਹੜਾ ਪੇਟ ਤਾਂ ਹੈਗਾ ਨਿੱਕਾ ਜਿਹਾ, 2 ਰੋਟੀਆਂ ਦੀ ਭੁੱਖ ਰੱਖਦਾ। ਖੁਰਾਕ ਹਾਥੀ ਨਾਲੋਂ ਵੀ ਜ਼ਿਆਦਾ ਵੱਧ ਕੇ ਇਕੱਠੀ ਕਰ ਲੈਂਦਾ ਬੰਦਾ। ਉਹ ਹਾਥੀ ਤਾਂ ਫੇਰ ਵੀ ਰੱਜ ਜਾਊ, ਬੰਦੇ ਦਾ ਮਨ ਨਹੀਂ ਰੱਜਦਾ। ਅਤੇ ਬਾਲ ਬੁੱਧ ਕਿੱਥੋਂ ਹੋ ਗਈ? ਬਾਲ ਬੁੱਧ ਵਿੱਚ ਤਾਂ ਕਹਿੰਦਾ ਜੀ ਪਾਓ ਘਿਓ ਸੰਗ ਲੋਨਾ, ਅੱਧ ਸਿਰ ਮੰਗੋ ਦਾਲੇ ਮੋਕੋ, ਦੋਨੋਂ ਵਕਤ ਜਵਾਲੇ, ਖਾਟ ਮੰਗੋ ਚੌਪਾਈ, ਸਿਰਹਾਨਾ ਵਰਤ ਲਾਈ, ਉਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੇ ਜਨ ਥੀਂਦਾ, ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੁੱਬੇ। ਬਾਲ ਬੁੱਧ ਦੀਆਂ ਗੱਲਾਂ ਨੇ ਸਾਰੀਆਂ। ਹਾਂ, ਰੱਬ ਦੇ ਪਿਆਰੇ ਜਿਹੜੇ ਨੇ ਨਾਮ ਜਦੋਂ ਮੰਗਦੇ ਨੇ ਉਹਦੇ 'ਚ ਨਹੀਂ, ਫਿਰ ਉਹ 'ਚ ਨਹੀਂ ਰੱਜਦੇ, ਉਹ 'ਚ ਨਹੀਂ ਰੱਜਦੇ। ਦੁਨਿਆਵੀ ਪਦਾਰਥਾਂ ਦੇ ਵਿੱਚ ਸਿਰਫ ਉਹਨਾਂ ਦੀ ਜੋ ਜ਼ਰੂਰਤ ਹੁੰਦੀ ਉਹਦੀਆਂ ਹੀ ਗੱਲਾਂ ਕਰਦੇ ਨੇ। ਇਹ ਬਾਲ ਬੁੱਧ ਹੈ। ਸੋ ਇਹਦੇ 'ਚ ਫਿਰ ਸੁੱਖ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਰੇ ਸੁੱਖ ਬਖਸ਼ਿਸ਼ ਕਰਦੇ ਨੇ। ਗੁਰੂ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਮਿਹਰ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰੂ ਸਾਹਿਬ।
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੂ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇਂ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਮਤਨੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਮ ਤਿਤ ਕਰ ਸੁਭਾਗਿਆ। ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕੋ ਆਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮ। ਕੋਇ ਨ ਜਾਣੈ ਤੁਮਰਾ ਅੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਤੁਮਰੀ ਗਤ ਮਿਤ ਤੁਮ ਹੀ ਜਾਨੀ। ਵਾਹਿਗੁਰੂ।
ਤੇਰੇ ਭਾਣੇ ਸਬਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮਹਿਲੇ। ਆਕੇ ਰਹੇ ਨਾ ਕੋਏ, ਬਚੇ ਸ਼ਰਨ ਜੋ ਹੋਏ। ਚੜ੍ਹੇ ਸੋ ਉਤਰੇ ਪਾਰ, ਗੁਰ ਪਾਰ ਉਤਾਰਨ ਹਾਰ। ਕਲਗੀ ਸੋ ਹੈ ਸੀਸ, ਗੁਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋ ਕੋ ਟਲ ਗੁਰ ਸੇਵੀਐ ਸਹਿ ਸਵਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੂੰ ਸਿਫਤ ਖਸਾਮਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਟੋਡੀ ਮਹੱਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਸ ਮਨ ਉਪਜਿਓ। ਸਗਲੇ ਦੁਖ ਪਲਾਇਣ, ਰਸਨਾ ਗੁਣ ਗੋਪਾਲ ਨਿਦ ਗਾਇਣ। ਸ਼ਾਂਤ ਸਹਿਜ ਰਹਸ ਮਨ ਉਪਜਿਓ। ਸਗਲੇ ਦੁਖ ਪਲਾਇਣ ਰਹਾ। ਜੋ ਮੰਗਹਿ ਸੋਈ ਸੋਈ ਪਾਵਹਿ, ਸੇਵ ਹਰਿ ਕੇ ਚਰਨ ਰਸਾਇਣ। ਜਨਮ ਮਰਨ ਦੁਹੂ ਤੇ ਛੂਟਹਿ, ਭਵਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਅਵਿਨਾਸੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਅਵਿਨਾਸੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।